ਦੋਸਤੋ ਕੰਮਾਂਕਾਰਾਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਅਜਿਹੇ ਕੰਮਕਾਰ ਨੇ ਜਿਨ੍ਹਾਂ ਦੇ ਉੱਪਰ ਵਿਰਾਮ ਲੱਗਾ ਹੋਇਆ ਹੈ। ਲੋਕਡਾਊਨ ਦੇ ਵਿੱਚ ਬਹੁਤ ਸਾਰੇ ਕੰਮਕਾਰ ਖਤਮ ਹੋ ਚੁੱਕੇ ਨੇ, ਬਹੁਤ ਸਾਰੇ ਕੰਮਕਾਰ ਖਤਮ ਹੋਣ ਦੇ ਕਿਨਾਰੇ ਤੇ ਨੇ। ਇੱਕ ਬਹੁਤ ਹੀ ਇਮੋਸ਼ਨਲ ਭਰੀ ਸਟੋਰੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਰਹੀ ਹੈ। ਹੁਸ਼ਿਆਰਪੁਰ 'ਚ ਇਨੈਲੋ ਵੁਡਨ ਦਾ ਕੰਮ ਤਕਰੀਬਨ ਅਲੋਪ ਹੋਣ ਦੇ ਕਿਨਾਰੇ ਤੇ ਹੈ। ਇੱਥੇ ਕਾਰੀਗਰ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕ ਇਸ ਕੰਮ ਨੂੰ ਛੱਡਣ ਲਈ ਮਜਬੂਰ ਹੋ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੂੰ ਕਿਸੇ ਮਜ਼ਦੂਰ ਦੀ ਨੌਕਰੀ ਤੇ ਰੱਖਿਆ ਜਾਂਦਾ ਹੈ ਤਾਂ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇੱਕ ਸਮਾਂ ਸੀ ਜਦੋਂ ਹੁਸ਼ਿਆਰਪੁਰ ਹਾਥੀ ਦੰਦਾਂ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ, ਪਰ ਸਮਾਂ ਬਦਲਦੇ ਸਰਕਾਰ ਨੇ ਹਾਥੀ ਦੰਦਾਂ ਦਾ ਕੰਮ ਬੰਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਨਲੇ ਵੁਡਨ ਦਾ ਕੰਮ ਸ਼ੁਰੂ ਹੋਇਆ, ਜਿਸ ਨੇ ਆਪਣੀ ਵੱਖਰੀ ਪਹਿਚਾਣ ਬਣਾਈ। ਪਰ ਅੱਜ ਉਹ ਲੋਕ ਜੋ ਇਸ ਕੰਮ ਨੂੰ ਕਰਦੇ ਸਨ, ਅੱਜ ਉਹ ਇਹ ਕੰਮ ਛੱਡਣ ਲਈ ਮਜਬੂਰ ਹੋ ਰਹੇ ਨੇ। ਉਹ ਕਹਿੰਦੇ ਨੇ ਕਿ ਸਰਕਾਰ ਇਸ ਕਲਾ ਨਾਲ ਜੁੜੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੰਦੀ। ਅੱਜ ਸਥਿਤੀ ਇੰਨੀ ਮਾੜੀ ਹੈ ਕਿ 2 ਵਕਤ ਦਾ ਖਾਣਾ ਵੀ ਪੂਰਾ ਕਰਨਾ ਮੁਸ਼ਕਲ ਹੈ। ਇੱਥੋਂ ਤੱਕ ਕਿ ਇੱਕ ਮਜ਼ਦੂਰ ਨੂੰ ਰੋਜ਼ਾਨਾ ਕੰਮ ਮਿਲਦਾ ਸੀ ਜੋ ਸਿਰਫ 300 ਤੋਂ 400 ਰੁਪਏ ਕਮਾਉਂਦਾ ਸੀ, ਅੱਜ ਮਜ਼ਦੂਰ ਰੋਜ਼ਾਨਾ ਦਿਹਾੜੀ ਵਜੋਂ 500 ਰੁਪਇਆ ਲੈਂਦਾ ਹੈ। ਨਿਰਯਾਤ ਦਾ ਕਾਰੋਬਾਰ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਜਿਹੀ ਸਖਤੀ ਕਰ ਦਿੱਤੀ ਹੈ ਕਿ ਰਸਮਾਂ ਨੂੰ ਪੂਰਾ ਕਰਨਾ ਵੀ ਬਹੁਤ ਮੁਸ਼ਕਲ ਹੈ। ਸਤਨਾਮ ਸਿੰਘ ਜੋ ਕਿ ਇਨਲੇ ਵੁਡਨ ਵਿੱਚ ਕੰਮ ਕਰਦਾ ਹੈ, ਉਸਨੇ ਦੱਸਿਆ ਹੈ ਕਿ ਕੋਈ ਵੀ ਇਸ ਨੂੰ ਛੱਡਣਾ ਨਹੀਂ ਚਾਹੁੰਦਾ ਹੈ, ਪਰ ਇਹ ਇੱਕ ਛੋਟਾ ਜਿਹਾ ਕੰਮ ਹੈ। ਇਸ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕਾਰੀਗਰਾਂ ਨੂੰ ਆਪਣੀ ਮਿਹਨਤ ਨਹੀਂ ਮਿਲਦੀ। ਜੇ ਮਿਹਨਤ ਨਹੀਂ ਮਿਲਦੀ ਤਾਂ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਸਕਦਾ ਹੈ। ਵੁਡਨ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਸਤਨਾਮ ਸਿੰਘ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਗੱਲ ਇਹ ਹੈਗੀ ਹੈ ਕਿ ਦੇਖੋ, ਕਾਰੀਗਰ ਕਦੇ ਵੀ ਆਪਣੀ ਕਾਰੀਗਰੀ ਤੋਂ ਪਿੱਛੇ ਨਹੀਂ ਹਟਿਆ। ਅੱਜ ਵੀ ਕਾਰੀਗਰ ਇਸ ਕੰਮ ਦੇ ਬਹੁਤ ਹੈਗੇ ਆ ਔਰ ਬਹੁਤ ਸਿੱਖਣ ਦੇ ਚਾਹਵਾਨ ਵੀ ਹੈਗੇ ਆ। ਮੇਨ ਤਾਂ ਸਾਡੇ ਜਿਹੜੇ ਸਾਰੇ ਇਹ ਕਾਰੀਗਰ ਭਰਾ ਹੈਗੇ ਜਿਨ੍ਹਾਂ ਨੇ ਦੱਸਿਆ ਹੈਗਾ ਤੁਹਾਨੂੰ ਕਿ ਸਾਨੂੰ ਦਿਹਾੜੀ ਦੀ ਪ੍ਰੋਬਲਮ ਜਾਂ ਸਾਨੂੰ ਲੇਬਰ ਦੀ ਪ੍ਰੋਬਲਮ ਆ ਰਹੀ ਹੈ, ਇਹਦਾ ਕਾਰਨ ਮੇਨ ਇਹੀ ਹੈ ਕਿ ਇੱਥੇ ਇਹ ਸਾਰੇ ਕੰਮ ਨੂੰ ਹੱਥੀਂ ਕਰਨਾ ਪੈ ਰਿਹਾ। ਜਦੋਂ ਨਿੱਕੀ ਨਿੱਕੀ ਚੀਜ਼ ਹੈ, ਕੋਈ ਪ੍ਰੋਡਕਟ ਆਪਾਂ ਨੂੰ ਹੱਥੀਂ ਤਿਆਰ ਕਰਨਾ ਪੈ ਰਿਹਾ, ਜਿੱਦਾਂ ਇਹਦੇ ਵਿੱਚ ਸਾਡੇ ਪ੍ਰੋਡਕਟ ਲੱਗਦੇ ਹੈਗੇ ਆ, ਉਹ ਨਿੱਕੇ ਨਿੱਕੇ ਦਾਣੇ ਨੂੰ ਵੀ ਸਾਨੂੰ ਹੱਥੀਂ ਤਿਆਰ ਕਰਨਾ ਪੈ ਰਿਹਾ। ਉਹਦੀ ਲੇਬਰ ਕਾਸਟ ਆਲਰੇਡੀ ਵੱਧਦੀ ਹੈ, ਤੇ ਇਹ ਸਾਰੀ ਲੇਬਰ ਸਾਨੂੰ ਹੱਥੀਂ ਕਰਨੀ ਪੈ ਰਹੀ ਹੈ। ਇਸ ਕਰਕੇ ਕਾਰੀਗਰ ਨੂੰ ਉਹਨਾਂ ਟਾਈਮ ਬਹੁਤ ਜ਼ਿਆਦਾ ਲੱਗਦਾ, ਉਦੋਂ ਉਹ ਦਿਹਾੜੀ ਨਹੀਂ ਮਿਲਦੀ। ਬਾਕੀ ਗੌਰਮੈਂਟ ਨੇ ਸਾਨੂੰ ਪ੍ਰੋਪਰ ਇਸ ਤਰੀਕੇ ਨੂੰ ਨਹੀਂ ਕਰਨ ਵਾਸਤੇ ਜਾਂ ਸਾਡੇ ਵੱਲ ਪੂਰਾ ਧਿਆਨ ਨਹੀਂ ਦਿੱਤਾ। ਪਿੱਛੇ ਤੋਂ ਜੋ ਗੌਰਮੈਂਟ ਸਾਡੇ ਨਾਲ ਕਰਦੀ ਆ ਰਹੀ ਹੈਗੀ ਹੈ, ਗੌਰਮੈਂਟ ਤਾਂ ਸਾਨੂੰ ਸਕੀਮਾਂ ਦਿੰਦੀ ਪਰ ਸਾਡੇ ਤੱਕ ਪਹੁੰਚ ਨਹੀਂ ਰਹੀਆਂ ਸੀਗੀਆਂ, ਕਿਉਂਕਿ ਹੁਣ ਤੱਕ ਸਾਡੇ ਜਿਹੜੇ ਕਾਰੀਗਰ ਹੈਗੇ ਆ ਤਾਂ ਹੀ ਸਾਡੇ ਪਿੱਛੇ ਰਹਿ ਰਹੇ ਕਿ ਸਾਡੇ ਆਪਣੇ ਬੱਚੇ ਨਹੀਂ ਇਸ ਕੰਮ ਦੇ ਵਿੱਚ ਇੰਟਰਸਟ ਲੈਂਦੇ। ਕਾਰਨ ਕੀ ਹੈ ਕਿ ਸਾਨੂੰ ਆਪ ਨੂੰ ਦਿਹਾੜੀ ਤਾਂ ਪੈਂਦੀ ਨਹੀਂ, ਅਸੀਂ ਆਪਣੇ ਬੱਚਿਆਂ ਨੂੰ ਇਸ ਕੰਮ 'ਚ ਕਿਉਂ ਪਾਈਏ। ਆਮ ਜਦੋਂ ਜਾ ਕੇ ਕਿਤੇ ਵੀ ਕੋਈ ਮਾਲ ਦੇ ਵਿੱਚ ਜਾਂ ਕੁਝ ਵੀ ਆ, ਉੱਥੇ ਜਾ ਕੇ ਉਹਨਾਂ ਨੂੰ ਪੇਮੈਂਟ ਜ਼ਿਆਦਾ ਮਿਲਦੀ ਹੈ। ਸਾਡੇ ਇਸ ਕੰਮ ਦੇ ਵਿੱਚ ਸਾਨੂੰ ਦਿਹਾੜੀ ਨਹੀਂ ਮਿਲਦੀ ਪਈ, ਆਪਣੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਪਾਈਏ। ਸਾਡੀ ਤਾਂ ਗੁਜ਼ਾਰਿਸ਼ ਇਹੀ ਹੈ, ਸਾਡੀ ਤਾਂ ਬੇਨਤੀ ਇੱਕ ਇਹੀ ਹੈ ਕਿ ਗੌਰਮੈਂਟ ਨੂੰ ਸਾਨੂੰ ਇਸ ਕੰਮ ਨੂੰ ਵਿੱਚ ਨਵੇਂ ਸਾਨੂੰ ਤਕਨੀਕ ਦਿੱਤੀ ਜਾਵੇ, ਨਵੀਂ ਸਾਨੂੰ ਕੋਈ ਆਰਕੀਟੈਕਚਰ ਦਿੱਤੀ ਜਾਵੇ। ਸਾਡੇ ਇਸ ਕੰਮ ਵਾਸਤੇ ਕੋਈ ਇੰਸਟੀਚਿਊਟ ਬਣੇ ਜਿਹਦੇ ਵਿੱਚ ਸਾਡੇ ਕੋਲ ਨਵੀਂ ਟ੍ਰੇਨਿੰਗ ਦਾ ਨਵੀਂ ਕੋਈ ਚੀਜ਼ ਆਵੇ, ਜਿਹੜਾ ਗੌਰਮੈਂਟ ਸਾਨੂੰ ਇਸ ਪਾਸੇ ਨੂੰ ਹੈਲਪ ਕਰੇ ਕਿ ਸਾਨੂੰ ਇਹਦੀ ਸਿਖਲਾਈ ਹੋਵੇ। ਇਸ ਕੰਮ ਨੂੰ ਕਿੱਦਾਂ ਕਰਨਾ, ਆਧੁਨਿਕ ਤਰੀਕੇ ਨਾਲ ਕਿੱਦਾਂ ਕਰਨਾ, ਉਹਦੀ ਸਾਨੂੰ ਸਿਖਲਾਈ ਹੋਵੇ। ਇਹਦੇ ਵਾਸਤੇ ਆਪਰੇਟਰ ਹੋਣ, ਮਸ਼ੀਨਾਂ ਦੇ ਆਪਰੇਟਰ ਹੋਣ, ਜਿਹੜੇ ਸਾਨੂੰ ਸਰਕਾਰੀ ਤੌਰ ਤੇ ਇੱਕ ਕਹਿ ਸਕਦੇ ਹਾਂ ਕਿ ITI ਦੀ ਤਰ੍ਹਾਂ ਸਾਨੂੰ ਟ੍ਰੇਨ ਕੀਤਾ ਜਾਵੇ, ਤਾਂ ਜੋ ਅਸੀਂ ਇਸ ਕੰਮ ਨੂੰ ਅੱਗੇ ਲਿਆ ਸਕੀਏ। ਇੱਕ ਸਰਕਾਰ ਨੂੰ ਬੇਨਤੀ ਇਹੀ ਹੈ ਕਿ ਸਰਕਾਰ ਸਾਨੂੰ ਡਾਇਰੈਕਟਲੀ ਇਸ ਚੀਜ਼ ਨੂੰ ਅਪਰੋਚ ਕਰੇ ਅਤੇ ਸਾਡੇ ਜਿੱਥੇ ਇੱਥੇ ਕੰਮ ਕਰਦੇ ਆ ਕਾਰੀਗਰ ਸਾਰਿਆਂ ਨੂੰ ਆ ਕੇ ਘਰ ਜਿੱਥੇ ਆਪਾਂ ਕਰਾਂ, ਜਿੱਦਾਂ ਹੁਣ ਸਾਡੇ ਇਹ ਘਰ 'ਚ ਕੰਮ ਹੋ ਰਿਹਾ ਹੈਗਾ, ਇੱਦਾਂ ਵੀ ਸਾਨੂੰ ਆ ਕੇ ਪੁੱਛੇ ਕਿ ਤਾਂ ਜੋ ਸਾਨੂੰ ਸਰਕਾਰ ਡਾਇਰੈਕਟਲੀ ਹੈਲਪ ਦੇ ਰਹੀ, ਸਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ। ਸਤਨਾਮ ਸਿੰਘ ਤੋਂ ਬਾਅਦ ਸੰਜੀਵ ਦੇ ਨਾਲ ਗੱਲਬਾਤ ਕੀਤੀ ਗਈ। ਉਹੀ ਸੰਜੀਵ ਕਹਿੰਦਾ ਹੈ ਜੋ ਕਾਰੀਗਰ ਹੈ ਉਸ ਨੂੰ ਇੱਕ ਫਾਰਮ ਮਿਲਣਾ ਚਾਹੀਦਾ ਹੈ। ਇੱਥੇ ਉਹ ਆਪਣੀ ਕਤਾਰ ਦੀ ਸਮੱਗਰੀ ਇੱਕ ਜਗ੍ਹਾ ਤੇ ਖਰੀਦ ਸਕਦਾ ਹੈ ਤੇ ਦੂਸਰਾ ਉਹ ਆਪਣਾ ਤਿਆਰ ਮਾਲ ਇੱਕ ਜਗ੍ਹਾ ਤੇ ਵੇਚ ਸਕਦਾ ਹੈ, ਜਿਸ ਨਾਲ ਉਸ ਦੀ ਜ਼ਿੰਦਗੀ ਸੌਖੀ ਹੋ ਸਕਦੀ ਹੈ, ਉਸ ਨੂੰ ਆਪਣੀ ਮਿਹਨਤ ਦਾ ਫਲ ਮਿਲ ਜਾਂਦਾ ਹੈ। ਸੰਜੀਵ ਕੁਮਾਰ ਨੇ ਕੀ ਕਿਹਾ, ਆਓ ਸੁਣਦੇ ਹਾਂ। ਬਿਲਕੁਲ ਜੀ, ਕੰਮ ਕੋਈ ਖਰਾਬ ਨਹੀਂ ਹੁੰਦਾ, ਕੰਮ ਬਹੁਤ ਵਧੀਆ ਹੈਗਾ। ਕੁਝ ਥੋੜੀਆਂ ਪ੍ਰੋਬਲਮਾਂ ਹੈ ਕਾਰੀਗਰ ਨੂੰ ਜੋ ਕਾफ़ी लंबे समय तो हाँ कारीगर डायरेक्ट मार्केट नहीं कर पाता,
ਉਹਦੇ ਕਾਰਨ ਉਹਨੂੰ ਲੱਗਦਾ ਕਿ ਕੰਮ 'ਚ ਕੁਝ ਹੈ ਨਹੀਂ ਹੈ, ਪੈਸੇ ਨਹੀਂ ਬਣਦੇ ਹੈਗੇ। ਬਾਕੀ ਕੰਮ 'ਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਕੰਮ ਬਹੁਤ ਵਧੀਆ ਹੈ। ਬਸ ਪ੍ਰੋਬਲਮ ਇਹੀ ਹੈ ਕਿ ਕਾਰੀਗਰ ਨੂੰ ਡਾਇਰੈਕਟ ਮਾਰਕੀਟਿੰਗ ਕਰਵਾਈ ਜਾਵੇ। ਦੇਖੋ ਜੀ, ਮਿਹਨਤ ਮਤਲਬ ਕਾਰੀਗਰ ਤਾਂ ਬਹੁਤ ਹੈ, ਮਤਲਬ ਹਰ ਕਿਸੇ ਦਾ ਦਿਮਾਗ ਇੱਕ ਜਿਹਾ ਨਹੀਂ ਹੈਗਾ, ਪਰ ਉਹਨੂੰ ਗਾਈਡ ਕੀਤਾ ਜਾਵੇ। ਕੋਈ ਗਾਈਡ ਨਹੀਂ ਕਰਦਾ ਹੈਗਾ, ਕਿੱਥੇ ਵੇਚਣਾ, ਕਿੱਥੋਂ ਲੈਣਾ, ਕੀ ਕਰਨਾ, ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਾਰੀਗਰ ਨੂੰ ਪ੍ਰੋਬਲਮ ਆ। ਕੀ ਮੰਗ ਕਰਦੇ ਹੋ? ਐਸੀ ਹੀ ਮੰਗ ਕਰਦੇ ਆ ਕਿ ਸਾਡੇ ਕੰਮ ਨੂੰ ਬੜਾਵਾ ਦਿੱਤਾ ਜਾਵੇ, ਨੂੰ ਵੇਚਣ ਦੀ ਮਾਰਕੀਟ ਕਾਰੀਗਰ ਨੂੰ ਦੱਸੀ ਜਾਵੇ ਵੀ ਕਿੱਦਾਂ ਉਹਨੂੰ ਵੇਚਣਾ, ਕਿੱਥੋਂ ਲੈਣਾ, ਕਿੱਥੋਂ ਉਹਨੂੰ ਸਸਤਾ ਮਿਲੇਗਾ, ਰੌਂਗ ਮਟੀਰੀਅਲ ਕਿੱਥੋਂ ਮਿਲੂਗਾ। ਇਸ ਤਰ੍ਹਾਂ ਦੀਆਂ ਕਈ ਪਰੇਸ਼ਾਨੀਆਂ ਕਾਰੀਗਰ ਨੂੰ ਹੈ। ਉਸੇ ਹੀ ਇਨਲੇ ਵੁਡਨ ਵਰਕ ਨਾਲ ਜੁੜੇ ਨਿਰਯਾਤ ਕਰਨ ਵਾਲੇ ਜੋ ਆਪਣਾ ਮਾਲ ਵਿਦੇਸ਼ਾਂ ਤੋਂ ਹੁਸ਼ਿਆਰਪੁਰ ਤੋਂ ਵੇਚਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹ ਜਿੱਥੇ GST ਦੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਨੇ, ਉਹੀ ਨਿਰਯਾਤ ਦੀ ਰਸਮਿਤਾ ਇੰਨੀ ਵੱਧ ਗਈ ਹੈ ਕਿ ਇਸ ਨੂੰ ਪੂਰਾ ਕਰਨਾ ਮੁਸ਼ਕਲ ਹੈ ਅਤੇ ਅੱਜ ਕੱਲ੍ਹ ਕੋਰੋਨਾ ਕਾਲ ਮੰਦੀ ਦੇ ਦਿਨ ਚੱਲ ਰਹੇ ਨੇ। ਮੋਹਿਤ ਐਕਸਪੋਰਟਰ ਨੇ ਕੀ ਕਿਹਾ, ਆਓ ਸੁਣਦੇ ਹਾਂ। ਹਾਲਾਤ ਸਰ ਬੜੇ ਖਰਾਬ ਹੋਈ ਜਾਂਦੇ ਦਿਨ ਭਰ ਦਿਨ ਇਸ ਕੰਮ ਨੂੰ ਲੈ ਕੇ। ਬੜਾ ਫੇਮਸ ਕੰਮ ਰਿਹਾ ਸਾਡੇ ਹੁਸ਼ਿਆਰਪੁਰ ਦਾ ਇਹ ਸ਼ੁਰੂ ਤੋਂ, ਬਟ ਜਿਵੇਂ ਜਿਵੇਂ ਅੱਗੇ ਟਾਈਮ ਆ ਰਿਹਾ ਉਸ ਹਿਸਾਬ ਨਾਲ ਕੰਮ ਬਿਲਕੁਲ ਖਤਮ ਹੋ ਰਿਹਾ ਹੈ ਅਤੇ ਬੜਾ ਔਖਾ ਹੋਈ ਜਾਂਦਾ ਪਿਆ। ਸਰਵਾਈਵ ਕਰਨਾ ਬੜਾ ਮੁਸ਼ਕਿਲ ਆ, ਕੋਈ ਸਪੋਰਟ ਨਹੀਂ ਆ ਕਿਸੇ ਪਾਸੋਂ, ਕੋਈ ਗਵਰਨਮੈਂਟ ਫੈਸਿਲਿਟੀਜ਼ ਨਹੀਂ ਆ ਰਹੀਆਂ। ਜਿਵੇਂ ਹੁਣ ਕੋਵਿਡ ਚੱਲ ਰਿਹਾ, ਕੋਵਿਡ 'ਚ ਕੋਈ ਕੁਛ ਨਹੀਂ ਮਤਲਬ ਸਾਨੂੰ ਕਿਸੇ ਨੇ ਸਪੋਰਟ ਦਿੱਤੀ। ਦੈਨ GST ਜਿਹੜਾ ਲੱਗ ਗਿਆ, ਪਰ ਮੰਥ ਸੇਲ ਜਿੰਨੀ ਕੁ ਹੁੰਦੀ ਆ ਉਹਦੇ ਅਕੋਰਡਿੰਗ ਉਹ ਵੀ ਸਾਨੂੰ ਪੇ ਕਰਨਾ ਪੈਂਦਾ ਅਤੇ ਮੁਸ਼ਕਿਲ ਹੋ ਜਾਂਦਾ ਕਾਫੀ। ਸਰ ਇਹੀ ਹੈ ਕਿ ਥੋੜ੍ਹਾ ਜਿੱਦਾਂ ਹੁਣ GST ਤੋਂ ਸਾਨੂੰ ਰਾਹਤ ਮਿਲੇ। ਐਕਸਪੋਰਟ ਦੇ ਉੱਪਰ ਪਹਿਲਾਂ ਐਕਸਪੋਰਟ ਚੱਲਦੀ ਸੀ, ਫਿਰ ਉੱਤੇ ਵ੍ਰਿਕਸ਼ ਸਰਟੀਫਿਕੇਟ ਲੱਗ ਗਿਆ ਜਿਹੜਾ ਇੱਕ ਸਾਨੂੰ ਹੋਰ ਐਡ ਔਨ ਹੋ ਗਿਆ। ਹੁਣ IEC ਦੇ ਰੀਨਿਊਅਲ ਆ ਗਈਆਂ ਕਿ ਹੁਣ ਪਹਿਲਾਂ ਹੁੰਦਾ ਸੀ ਲਾਈਫ ਟਾਈਮ, ਹੁਣ ਗਵਰਨਮੈਂਟ ਕਹਿੰਦੀ ਆ ਕਿ ਹਰ ਸਾਲ ਅਪਡੇਟ ਕਰੋ ਇਹਨੂੰ। ਇੱਦਾਂ ਦੀਆਂ ਚੀਜ਼ਾਂ, ਔਰ ਉਹਦੇ 'ਚ ਵੀ ਸਪੋਰਟ ਨਹੀਂ ਹੈਗੀ, ਉਹ 'ਚ ਕੁਛ ਨਾ ਕੁਛ ਐਡ ਔਨ ਹੀ ਹੁੰਦਾ ਕਿ ਮਤਲਬ ਕਿਤੇ ਨਾ ਕਿਤੇ ਸਾਨੂੰ ਖਰਚਾ ਪੈਂਦਾ ਹੀ ਪੈਂਦਾ ਆ ਕੇ, ਕਿ ਅਸੀਂ ਮਤਲਬ ਅਸੀਂ ਕਹਿ ਦਿੰਦੇ ਨਾ ਸਾਡੇ ਐਕਸਟਰਾ ਖਰਚੇ ਆ ਜਾਂਦੇ ਜਿਹੜੇ, ਉਹਨਾਂ 'ਚ ਸਾਨੂੰ ਬੜਾ ਨੁਕਸਾਨ ਹੋ ਜਾਂਦਾ। ਤਾਂ ਵ੍ਰਿਕਸ਼ ਸਰਟੀਫਿਕੇਟ ਤੋਂ ਬਿਨਾਂ ਐਕਸਪੋਰਟ ਨਹੀਂ ਕਰ ਸਕਦੇ। ਅੱਗੇ ਹੁੰਦਾ ਸੀਗਾ ਕੋਈ ਵੀ ਕਸਟਮਰ ਕਿਤੋਂ ਆਉਂਦਾ ਸੀ, US ਤੋਂ ਆ ਗਿਆ ਕੋਈ, ਉਹਨਾਂ ਨੇ 10 ਫੁੱਟ 20 ਫੁੱਟ ਦਾ ਕੰਟੇਨਰ ਲੋਡ ਕਰਾ ਲਿਆ, ਲੈ ਗਏ। ਹੁਣ ਸਾਨੂੰ ਪਹਿਲਾਂ ਜਿਹੜਾ ਸਰਟੀਫਿਕੇਟ ਲੈਣਾ ਪੈਂਦਾ ਜਿਹਦੇ ਚਾਰਜਸ ਬਹੁਤ ਆ, ਦੈਨ ਉਹਦੀ ਰੀਨਿਊਅਲ ਆ ਹਰ ਸਾਲ ਦੀ, ਜਿਹੜੀ ਸਾਨੂੰ ਬੜੀ ਦਿੱਕਤ ਕਰ ਰਹੀ ਆ। ਉਕਤ ਉਦਯੋਗ ਵਿਭਾਗ ਦੇ GM ਅਰਨ ਕੁਮਾਰ ਨੇ ਦੱਸਿਆ ਹੈ ਕਿ ਇਹ ਕਾਰੋਬਾਰ ਹੁਸ਼ਿਆਰ ਵਿੱਚ 400 ਸਾਲ ਪੁਰਾਣਾ ਹੈ। ਪਹਿਲਾਂ ਇਹ ਕਾਰੋਬਾਰ ਹਾਥੀ ਦੰਦ ਨਾਲ ਜੁੜਿਆ ਹੁੰਦਾ ਸੀ ਤੇ ਇੱਕ ਵਧੀਆ ਕਾਰੋਬਾਰ ਸੀ, ਜਿਸ ਨੂੰ ਭਾਰਤ ਨੇ ਬੰਦ ਕਰ ਦਿੱਤਾ ਕਿਉਂਕਿ ਹਾਥੀਆਂ ਦੀ ਗਿਣਤੀ ਘੱਟ ਹੋ ਰਹੀ ਸੀ, ਜਿਸ ਤੋਂ ਬਾਅਦ ਇਸ ਕਾਰੋਬਾਰ ਨਾਲ ਜੁੜੇ ਕਾਰੀਗਰਾਂ ਦੀ ਘਾਟ ਸੀ। ਜੜ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ, ਜਿਸ ਦੇ ਨਾਲ ਸਰਕਾਰ ਬਥੂਗੜ੍ਹ ਵਿਖੇ ਇੱਕ ਲਾਗਤ ਤੇ ਇਨਲੇਵਾਕ ਸੈਂਟਰ ਬਣਾ ਰਹੀ ਹੈ, ਜਿਸ ਦੇ ਉੱਪਰ 112 ਲੱਖ ਰੁਪਏ ਖਰਚ ਕੀਤੇ ਜਾਣਗੇ, ਜਿਸ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਹੈ ਕਿ ਕਾਰੀਗਰਾਂ ਦੇ ਮਾਲ ਦੀ ਮਾਰਕੀਟਿੰਗ ਲਈ ਸਰਕਾਰ ਐਮਾਜ਼ਾਨ, ਫਿਲਿਪਸ ਕਾਰਡ ਵਰਗੀਆਂ ਈ-ਕਮਰਸ ਵਾਲੀਆਂ ਏਜੰਸੀਆਂ ਦੇ ਜ਼ਰੀਏ ਕੰਮ ਕਰ ਰਹੀ ਹੈ, ਜੋ ਸਿੱਧਾ ਪ੍ਰਵੇਸ਼ ਕੰਮ ਦੀ ਨਿਸ਼ਾਨਦੇਹੀ ਕਰੇਗਾ। ਇਹਨਾਂ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜਾ ਹਾਥੀ ਦੰਦ ਦਾ ਕੰਮ ਹੈ, ਵੁੱਡ ਇਨਲੇਵਰ ਜਿਹਨੂੰ ਆਪਾਂ ਕਹਿੰਦੇ ਹਾਂ, ਪਹਿਲੇ ਹਾਥੀ ਦੰਦ ਨਾਲ ਹੁੰਦਾ ਸੀ, ਹੁਣ ਪਲਾਸਟਿਕ ਨਾਲ ਹੁੰਦਾ। ਜਦੋਂ ਸਰਕਾਰ ਨੇ ਹਾਥੀ ਦੰਦ ਬੈਨ ਕਰਤਾ ਸੀਗਾ, ਇੱਕ ਤਕਰੀਬਨ 450 ਸਾਲ ਪੁਰਾਣਾ ਇਹਦਾ ਇਤਿਹਾਸ ਹੈ, ਹੁਸ਼ਿਆਰਪੁਰ ਨਾਲ ਜੁੜਿਆ ਹੋਇਆ ਹੈ। ਔਰ ਤਕਰੀਬਨ 200-250 ਫੈਮਲੀਜ਼ ਪਹਿਲੇ ਕੰਮ ਕਰਦੀਆਂ ਸੀਗੀਆਂ, ਪਰ ਹੌਲੀ ਹੌਲੀ ਕੰਪੀਟੀਟਿਵਨੈਸ ਖਤਮ ਹੋਣ ਕਰਕੇ ਜਾਂ ਉਹਨਾਂ ਦੇ ਮਾਰਕੀਟ ਦੇ ਵਿੱਚ ਮਾਲ ਪ੍ਰੋਪਰ ਨਾ ਮਿਲਣ ਕਰਕੇ, ਲੇਬਰ ਕਾਸਟ ਵਧਣ ਕਰਕੇ ਤੇ ਇਹ ਕੰਮ ਜਿਹੜਾ ਸੀ ਲੋਕੀ ਛੱਡ ਕੇ ਜਾ ਰਹੇ ਸੀਗੇ। ਤੇ ਪੰਜਾਬ ਨੇ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਆਫ ਫੰਡ ਫਾਰ ਰੀਜਨਰੇਸ਼ਨ ਆਫ ਟ੍ਰੈਡੀਸ਼ਨਲ ਇੰਡਸਟਰੀ, ਜਿਹਨੂੰ ਸਫੂਰਤੀ ਸਕੀਮ ਨਾਲ ਜਾਣਿਆ ਜਾਂਦਾ ਹੈ, ਤੇ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਵੀ ਆਪਾਂ ਸਾਰੇ ਜਿਹੜੇ ਆਰਟੀਜ਼ਨਸ ਹੈਗੇ ਆ ਇੱਥੇ ਹੁਸ਼ਿਆਰਪੁਰ ਦੇ, ਉਹਨਾਂ ਨੂੰ ਇਕੱਠਾ ਕਰਕੇ ਇਸ ਸਕੀਮ ਦੇ ਤਹਿਤ ਇੱਕ ਇੱਦਾਂ ਦਾ ਕਾਮਨ ਫੈਸਿਲਿਟੀ ਸੈਂਟਰ ਬਣਾਈਏ, ਜਿੱਥੇ ਕਿ ਵਰਕਰ ਜਿਹੜੇ ਜਾਂ ਹਾਥੀ ਦੰਦ ਦਾ ਕੰਮ ਕਰ ਰਹੇ ਆਰਟੀਜ਼ਨਸ ਜਿਹੜੇ ਹੈਗੇ ਆ,
ਉਹ ਆਪਣੇ ਜਿਹੜੇ ਕਾਸਟਲੀ ਉਹਨਾਂ ਨੂੰ ਕਾਸਟ ਵੱਧ ਪੈਂਦੀ ਪਈ ਹੈ, ਉਹ ਇੱਥੇ ਆ ਕੇ ਕਾਮਨ ਫੈਸਿਲਿਟੀ ਸੈਂਟਰ 'ਚ ਆਪਣੇ ਕੰਪੀਟੀਟਿਵ ਰੇਟਸ ਦੇ ਉੱਤੇ ਆਪਣਾ ਕੰਮ ਕਰਵਾ ਕੇ ਤੇ ਆਪਣੇ ਪ੍ਰੋਡਕਟਸ ਨੂੰ ਇੱਕ ਜੈਨੂਇਨ ਰੇਟ ਦੇ ਉੱਤੇ ਵੇਚ ਸਕਣ ਔਰ ਉਹਨਾਂ ਦੀ ਪ੍ਰੋਡਕਸ਼ਨ ਵੀ ਵੱਧ ਸਕੇ ਔਰ ਕੁਆਲਿਟੀ ਵੀ ਵੱਧ ਸਕੇ। ਇਸ ਲਈ ਇਸ ਉਪਰਾਲੇ ਤਹਿਤ ਪੰਜਾਬ ਸਰਕਾਰ ਵੱਲੋਂ ਵੁੱਡ ਇਨਲੇ ਅਤੇ ਲੈਕਰ ਵਰਕਰ ਦਾ ਕਲਸਟਰ ਇੱਕ ਪਿੰਡ ਬੂਥਗੜ੍ਹ ਵਿਖੇ ਸਥਾਪਿਤ ਕੀਤਾ ਜਾ ਰਿਹਾ, ਜਿਹਦੇ ਵਿੱਚ ਕਿ ਆਪਣੇ ਵੁੱਡ ਹੈਂਡੀਕ੍ਰਾਫਟ ਆਰਟੀਜ਼ਨਸ ਵੈਲਫੇਅਰ ਸੁਸਾਇਟੀ ਜਿਹੜੀ ਹੈ ਮੇਨ ਉਹ ਦੇਖ ਰਹੀ ਹੈ। ਉਹਦੇ ਵਿੱਚ 112 ਲੱਖ ਰੁਪਏ ਦੇ ਨਾਲ ਕਾਮਨ ਫੈਸਿਲਿਟੀ ਸੈਂਟਰ ਤਿਆਰ ਹੋਣਾ, ਜਿਹਦੇ ਵਿੱਚ ਕਿ 25% ਜਿਹੜਾ ਆ ਉਹ ਇਹ ਜਿਹੜੀ ਸੁਸਾਇਟੀ ਹੈ ਇਹਨਾਂ ਦੇ ਮੈਂਬਰਸ ਉਹਨਾਂ ਨੇ ਆਪਣੇ ਰਲ ਕੇ ਪਾਣਾ ਤੇ ਜਿਹੜਾ ਬਾਕੀ ਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ ਗ੍ਰਾਂਟ ਦਿੱਤੀ ਜਾਣੀ ਹੈ ਔਰ ਇਹਦੀ ਸਾਰੀ ਦੇਖ ਰੇਖ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਜਿਹੜਾ ਕਾਮਨ ਫੈਸਿਲਿਟੀ ਸੈਂਟਰ ਸਥਾਪਿਤ ਹੋਣਾ ਹੈ, ਇਹਦੇ ਵਿੱਚ ਤਕਰੀਬਨ ਜਿਹੜੇ ਸੁਸਾਇਟੀ ਨਾਲ 150 ਤੋਂ ਉੱਪਰ ਵਰਕਰਸ ਜਿਹੜੇ ਜੁੜੇ ਹੋਏ ਆ, ਜੋ ਕਿ ਆਪਣਾ ਪ੍ਰੋਡਕਟ ਇੱਥੇ ਬਣਾ ਵੀ ਸਕਦੇ ਆ ਜਾਂ ਜੋ ਉਹਨਾਂ ਨੇ ਪ੍ਰੋਡਕਟਸ ਬਣਾਉਣੇ ਆ ਉਹਦੇ ਵਿੱਚ ਜਿੱਦਾਂ ਲੇਟੈਸਟ ਮਸ਼ੀਨਾਂ ਲਗਾਉਣੀਆਂ, ਵੁੱਡ ਟ੍ਰੀਟਮੈਂਟ ਪਲਾਂਟ ਹੈ, CNC ਮਸ਼ੀਨਾਂ ਲਗਾਉਣੀਆਂ, ਡਿਜ਼ਾਈਨਿੰਗ ਕਰਵਾਉਣੀ ਉਹਨਾਂ ਨੇ, ਉਹ ਕਰਵਾ ਸਕਦੇ ਆ ਔਰ ਕਰਵਾ ਕੇ ਆਪਣਾ ਪ੍ਰੋਡਕਟ ਆਪ ਵੀ ਵੇਚ ਸਕਦੇ ਆ। ਤੇ ਸੁਸਾਇਟੀ ਵਾਸਤੇ ਇੱਕ ਜਿਹੜਾ ਗਵਰਨਮੈਂਟ ਟੈਕਨੀਕਲ ਏਜੰਸੀ ਹਾਇਰ ਕੀਤੀ ਹੈ ਗ੍ਰੈਂਟ ਥਾਰਟਨ, ਜੋ ਕਿ ਸੁਸਾਇਟੀ ਦੀ ਇੱਕ ਵੈਬਸਾਈਟ ਬਣਾਈ ਗਈ ਅਲੱਗ ਤੋਂ, ਜਿਹੜੀ ਵੈਬਸਾਈਟ ਤੇ ਜਿੱਦਾਂ ਵੀ ਫਲਿੱਪਕਾਰਟ ਔਰ ਐਮਾਜ਼ਨ ਵਗੈਰਾ ਨਾਲ ਉਹਨਾਂ ਦੇ ਪ੍ਰੋਡਕਟਸ ਨੂੰ ਉਹਨਾਂ ਨੂੰ ਜਿਹੜਾ ਆ ਆਪਾਂ ਉਹ ਉੱਥੇ ਸੈਲ ਕਰਨ ਲਈ ਉਹਨਾਂ ਦਾ ਪ੍ਰੋਪਰ ਵੈਬ ਪੋਰਟਲ ਬਣੇਗਾ ਉਹਨਾਂ ਦਾ, ਤੇ ਉਹਨਾਂ ਨੂੰ ਇਹ ਐਕਸਪੋਜ਼ਰ ਦੇਣ ਲਈ ਅਲੱਗ-ਅਲੱਗ ਜਿੱਦਾਂ ਆਪਣੇ ਐਗਜ਼ੀਬਿਸ਼ਨਸ ਲੱਗਦੀਆਂ, ਸਾਡੀਆਂ ਟ੍ਰੇਡ ਫੇਅਰਸ ਲੱਗਦੇ ਆ, ਉਹਦੇ ਵਿੱਚ ਵੀ ਉਹਨਾਂ ਦਾ ਮਾਲ ਲੈ ਕੇ ਜਾਇਆ ਜਾਏਗਾ। ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਇੱਥੇ ਆਰਟੀਜ਼ਨ ਜਿਹੜੀ ਕਲਾ ਵਿਲੁਪਤ ਹੋ ਰਹੀ ਹੈ, ਇਹਨਾਂ ਆਰਟੀਜ਼ਨਸ ਨੂੰ ਦੁਬਾਰਾ ਨਵੀਂ ਜਾਨ ਆਪਾਂ ਇਸ ਆਰਟ ਦੇ ਵਿੱਚ ਫੂਕੀਏ, ਤਾਂ ਕਿ ਜਿਹੜੇ ਬੱਚੇ ਛੱਡ ਕੇ ਜਾ ਰਹੇ ਆ ਉਹ ਇਹਦੇ ਵਿੱਚ ਹੀ ਆਪਣਾ ਕੰਮਕਾਜ ਕਰਨ ਔਰ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਸਕੋਪ ਹੈ ਔਰ ਨਵੇਂ ਆਈਡੀਆਜ਼ ਆਪਾਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਟੈਕਨੀਕਲ ਏਜੰਸੀਜ਼ ਤੋਂ ਲੈ ਕੇ ਦਈਏ। ਬਾਕੀ ਜਿਹੜੇ ਇੱਥੇ ਦੇ ਐਕਸਪੋਰਟ ਵੀ ਕਰਦੇ ਆ ਬੰਦੇ, ਉਹਨਾਂ ਨਾਲ ਵੀ ਅਸੀਂ ਇਹਨਾਂ ਦੀ ਸੁਸਾਇਟੀ ਦੀ ਮੀਟਿੰਗ ਕਰਵਾਏ ਆ ਤਾਂ ਕਿ ਆਰਡਰਸ ਲੈਣ ਦੀ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ, ਤਾਂ ਕਿ ਜਿਹੜੇ ਵਰਕਰ ਇੱਥੇ ਕੰਮ ਸਮਾਨ ਬਣਾਉਣ ਉਹ ਈਜ਼ੀਲੀ ਇਹਨਾਂ ਦਾ ਐਕਸਪੋਰਟ ਵੀ ਹੋਵੇ ਤੇ ਲੋਕਲ ਮਾਰਕੀਟ ਦੇ ਵਿੱਚ ਵਿਕਿਆ ਜਾਏ। ਉਧਰ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਸਰਕਾਰ ਬੁਟੇਗੜ੍ਹ 160 ਪਰਿਵਾਰਾਂ ਦੇ ਲਈ ਕੇਂਦਰ ਖੋਲ੍ਹ ਰਹੀ ਹੈ ਤਾਂ ਜੋ ਇਸ ਕਾਰਜ ਨੂੰ ਫਿਰ ਜਨਮ ਦਿੱਤਾ ਜਾ ਸਕੇ ਔਰ ਲੋਕਾਂ ਵਿੱਚ ਵਿਚਰ ਸਕੇ। ਉਦਯੋਗ ਤੇ ਵਣਜ ਮੰਤਰੀ ਸ਼ਾਮ ਸੁੰਦਰ ਅਰੋੜਾ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇੱਕ ਸਮਾਂ ਸੀ ਜਦੋਂ ਸਾਡਾ ਹੁਸ਼ਿਆਰਪੁਰ ਜਿਹੜਾ ਪੂਰੇ ਇੰਡੀਆ ਦੇ ਵਿੱਚ ਬਾਹਰ ਵੀ ਬਹੁਤ ਸਮਾਨ ਜਾਂਦਾ ਸੀ, ਹਾਥੀ ਦੰਦ ਦਾ ਸਮਾਨ ਬਣਦਾ ਸੀ। ਸਾਡਾ ਇੱਕ ਬਾਜ਼ਾਰ ਹੀ ਇੱਥੇ ਹੁਸ਼ਿਆਰਪੁਰ ਦੇ ਅੰਦਰ ਪੂਰੀ ਮਾਰਕੀਟ ਹੀ ਉਸੇ ਚੀਜ਼ ਦੀ ਹੈ। ਜਦੋਂ ਹਾਥੀ ਦੰਦ ਬੰਦ ਹੋ ਗਿਆ ਫਿਰ ਪਲਾਸਟਿਕ ਦਾ ਇਹ ਸ਼ੁਰੂ ਹੋ ਗਿਆ ਔਰ ਸਾਰਾ ਹੈਂਡਮੇਡ ਹੁੰਦਾ। ਅਸੀਂ ਪਿੱਛੇ ਜਿਹੇ ਕੋਈ ਸਾਡੇ 160 ਪਰਿਵਾਰ ਜਿਹੜੇ ਪਿੰਡਾਂ ਦੇ ਵਿੱਚ ਇਹਨੂੰ ਬਣਾਉਂਦੇ ਹੁੰਦੇ ਸੀ। ਇੱਕ ਸਾਧਨ ਹੁੰਦਾ ਸੀ ਲੋਕਾਂ ਦਾ, ਇੱਕ ਸ਼ੌਂਕ ਵੀ ਹੁੰਦਾ ਸੀ ਔਰ ਕਮਾਈ ਦਾ ਸਾਧਨ ਵੀ ਹੁੰਦਾ ਸੀ। ਉਹਦੇ ਲਈ ਵੁੱਡ ਹੈਂਡੀਕ੍ਰਾਫਟ ਸੈਂਟਰ ਅਸੀਂ ਪਿੰਡ ਬੂਥਗੜ੍ਹ 'ਚ ਬਣਾਇਆ, ਜਿੱਥੇ 1 ਕਰੋੜ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿੱਥੇ ਅਸੀਂ ਮਸ਼ੀਨਾਂ ਲੈ ਕੇ ਦਿੱਤੀਆਂ, ਬਿਲਡਿੰਗ ਬਣ ਰਹੀ ਹੈ। ਉਹ ਜਿਹੜੀਆਂ 160 ਫੈਮਲੀਆਂ ਦੀਆਂ ਮੈਂਬਰ ਨੇ ਉਹ ਉਸ ਮਸ਼ੀਨਾਂ ਤੋਂ ਫਾਇਦਾ ਉਠਾ ਸਕਦੀਆਂ ਨੇ। ਉਹਨਾਂ ਨੂੰ ਬਹੁਤ ਆਧੁਨਿਕ ਮਸ਼ੀਨਾਂ ਨੇ, ਜਿਹੜਾ ਕਿ ਉਹਨਾਂ ਨੂੰ ਸਮਾਂ ਲੱਗਦਾ ਸੀ, ਜਿਹੜਾ ਹੱਥ ਨਾਲ ਕੰਮ ਹੈ ਉਹ ਤਾਂ ਹੋਏਗਾ ਹੀ, ਬਾਕੀ ਜਿਹੜਾ ਬਾਹਰੋਂ ਕਰਾਉਂਦੇ ਸੀ ਉਹ ਜਿਹੜਾ ਕੰਮ ਹੈ ਹੁਣ ਉਹ ਮਸ਼ੀਨਾਂ ਰਾਹੀਂ ਹੋਏਗਾ। ਇਹ 160 ਪਰਿਵਾਰ ਹੈ ਜਿਨ੍ਹਾਂ ਨੂੰ ਰੁਜ਼ਗਾਰ ਉਹਦੇ ਨਾਲ ਮਿਲੇਗਾ। ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। ਮੈਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਸ ਲਈ ਧੰਨਵਾਦ ਵੀ ਕਰਦਾ। ਜਿਹੜੀ ਇੱਕ ਪ੍ਰਚਲਿਤ ਸੀ ਸਾਡਾ ਹੁਸ਼ਿਆਰਪੁਰ, ਅੱਜ ਵੀ ਹੈਂਡੀਕ੍ਰਾਫਟ ਦੇ ਨਾਂ 'ਤੇ ਜਾਣਿਆ ਜਾਂਦਾ ਹੈ, ਤੇ ਉਹਦੇ ਲਈ ਅੱਜ ਵੀ ਸਾਡੇ ਜਿਹੜੇ ਲੋਕ ਨੇ ਕੰਮ ਕਰ ਰਹੇ ਨੇ। ਇੱਕ ਮਾਰਕੀਟ ਮੈਂ ਜਿੱਦਾਂ ਤੁਹਾਨੂੰ ਦੱਸਿਆ ਪੂਰੀ ਇਸੇ ਚੀਜ਼ ਦੀ ਹੈ ਔਰ ਹੁਸ਼ਿਆਰਪੁਰ ਦੀ ਪਹਿਚਾਣ ਅੱਜ ਵੀ ਬੜੀ ਜਗ੍ਹਾ ਜਿੱਥੇ ਅਸੀਂ ਜਾਂਦੇ ਹਾਂ ਤੇ ਉਹ ਸਾਨੂੰ ਪੁੱਛਦੇ ਨੇ ਕਿ ਜਿਹੜੇ ਹਾਥੀ ਦੰਦ ਦਾ ਸਮਾਨ ਅੱਜ ਵੀ ਤੁਹਾਡੇ ਹੁਸ਼ਿਆਰਪੁਰ ਬਣਦਾ ਤੇ ਉਸ ਗੱਲ ਦੀ ਸਾਡੇ ਹੁਸ਼ਿਆਰਪੁਰ ਨੂੰ ਮਾਣ ਹਾਸਲ ਹੈ। ਅਸੀਂ ਇਹਦਾ ਹੈਂਡੀਕ੍ਰਾਫਟ ਸੈਂਟਰ ਜਿਹੜਾ ਇੱਕ ਇੱਥੇ ਉਹ ਜਿਹੜੇ ਪਰਿਵਾਰ ਸੀ ਜਿਹੜੇ ਕੰਮ ਕਰਦੇ ਸੀ ਉਹ ਇੱਕਜੁੱਟ ਰਹਿਣ ਤੇ ਕੰਮ ਕਰਦੇ ਰਹਿਣ, ਉਹਨਾਂ ਦਾ ਆਮਦਨ ਦਾ ਵੀ ਸਾਧਨ ਚੱਲਿਆ ਰਹੇ ਤੇ ਜਿਹੜੀ ਹੁਸ਼ਿਆਰਪੁਰ ਦੀ ਕਲਾ ਹੈ ਉਹ ਵੀ ਕਾਇਮ ਰਹੇ। ਉਹਦੇ ਲਈ ਅਸੀਂ ਇੱਕ ਹੈਂਡੀਕ੍ਰਾਫਟ ਸੈਂਟਰ ਪਿੰਡ ਬੂਥਗੜ੍ਹ ਵਿੱਚ ਬਣਾਇਆ। ਹੁਸ਼ਿਆਰਪੁਰ ਤੋਂ ਅਸ਼ਮਨੀ ਸ਼ਰਮਾ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose
ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਲੀਫ ਪਾਵਰ। ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।